ਕੱਲ ਮੰਤਰੀ ਨੇ ਰੇਡ ਕੀਤੀ ਹੈ, ਇੱਕ 29 ਏਕੜ ਥਾਂ ਕਹਿ ਰਿਹਾ ਵੀ ਕਬਜ਼ੇ ਤੋਂ ਛੁਡਾਇਆ ਗਿਆ। ਤੁਹਾਡਾ ਕੀ ਦਾਅਵਾ ਉਸ ਜ਼ਮੀਨ ਦੇ ਉੱਤੇ? ਪਹਿਲੀ ਗੱਲ ਤਾਂ ਇਹ ਕਬਜ਼ੇ ਦੀ ਜ਼ਮੀਨ ਨਹੀਂ ਜੀ। ਮੈਂ ਪਿੰਡ ਵਾਲਿਆਂ ਤੋਂ ਜ਼ਮੀਨ ਖਰੀਦੀ ਆ, ਮੈਂ ਇਹਦੇ ਪੈਸੇ ਦਿੱਤੇ ਆ। ਇਹਨਾਂ ਨੇ ਬਿਲਕੁਲ ਨਜਾਇਜ਼ ਕੀਤਾ ਜੋ ਕੀਤਾ। ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਇਹੀ ਕਹਿੰਦੀ ਹੈ ਵੀ ਗਲਤ ਤਰੀਕੇ ਨਾਲ ਇਹ ਜ਼ਮੀਨਾਂ ਖਰੀਦੀਆਂ ਗਈਆਂ ਨੇ, ਹਿੱਸੇਦਾਰੀਆਂ ਪਾ ਕੇ ਵੀ ਨਹੀਂ ਲੈ ਸਕਦੇ, ਇਲੀਗਲ ਹੈ। ਪਰ ਕੰਮ ਕਾਨੂੰਨ ਦੇ ਹਿਸਾਬ ਨਾਲ ਕਰਨਾ ਨਾ। ਇਹ ਥੋੜੀ ਗੱਲ ਹੈ ਵੀ ਅੱਜ ਉੱਠੇ ਜੀ ਅੱਖਾਂ ਮਲ ਕੇ ਕਹਿੰਦੇ ਨਹੀਂ ਜੀ ਆ ਮੈਂ ਅੱਜ ਛਡਾਉਣੇ ਆ ਤੇ ਗੱਡੀ ਲੈ ਕੇ ਤੁਰ ਪਏ। ਇਸ ਤਰ੍ਹਾਂ ਇਹ ਛੁੱਟ ਜੂ। ਕੱਲ ਨੂੰ ਸਰਕਾਰ ਪ੍ਰੂਫ ਲਿਆ ਕੇ ਖੜਾ ਕਰ ਦਿੰਦੀ ਹੈ ਵੀ ਤੁਹਾਡੀ ਜ਼ਮੀਨ ਇਲੀਗਲ ਹੈ ਜਾਂ ਤੁਸੀਂ ਕਬਜ਼ਾ ਕੀਤਾ ਹੋਇਆ, ਫਿਰ ਤੁਹਾਡੇ ਖਿਲਾਫ ਵੈਂਡੇਟਾ ਹੋ ਰਿਹਾ। ਬਿਲਕੁਲ ਵੈਂਡੇਟਾ ਹੈ ਜਾਂ ਵਿਚ ਹੰਟਿੰਗ ਹੈ। ਸੀਐਮ ਨਾਲ ਗੱਲ ਕਰੋਗੇ ਇਸ ਮੁੱਦੇ ਉੱਤੇ ਵੀ ਮੇਰੇ ਨਾਲ ਧੱਕਾ ਹੋ ਰਿਹਾ, ਵੀ ਤੁਹਾਡਾ ਮੰਤਰੀ ਮੇਰੇ ਨਾਲ ਵਿਚ ਹੰਟ ਕਰ ਰਿਹਾ ਜਾਂ ਕੋਈ ਨਿੱਜੀ ਰੰਜਿਸ਼ ਕੱਢ ਰਿਹਾ? ਸੀਐਮ ਖਬਰਾਂ ਨਹੀਂ ਪੜ੍ਹਦਾ, ਉਹਨੂੰ ਨਹੀਂ ਪਤਾ ਕਿ ਮੇਰਾ ਮਿਨਿਸਟਰ ਕੀ ਕਰ ਰਿਹਾ। ਮੈਂ ਡਾਇਰੈਕਟਰ ਲੋਕਲ ਡਿਵੈਲਪਮੈਂਟ ਦੇ ਅੱਜ ਇਹਨਾਂ ਨੂੰ ਲੀਗਲ ਨੋਟਿਸ ਭੇਜਤਾ। 5 ਕਰੋੜ ਰੁਪਈਆ ਮੈਂ ਆਪਣੇ ਨੋਟਿਸ 'ਚ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਇਹਨੂੰ ਨਹੀਂ ਠੀਕ ਕੀਤਾ ਮੈਂ ਡੈਫੇਮੇਸ਼ਨ ਦਾ ਕੇਸ ਪਾਵਾਂ। ਵੀ ਉਹ ਰੰਜਿਸ਼ ਕੱਢ ਰਿਹਾ ਕੁਲਦੀਪ ਸਿੰਘ ਢਾਲੀਵਾਲ ਤੁਹਾਡੇ ਖਿਲਾਫ? ਬਿਲਕੁਲ ਕੱਢ ਰਹੇ। ਇਹ 100 ਏਕੜ ਜ਼ਮੀਨ ਹੈ। ਕੈਪਟਨ ਬਿਕਰਮਜੀਤ ਕੌਰ ਤੇ 30 ਏਕੜ ਹੀ ਹੈ ਨਾ, ਬਾਕੀ 70 ਏਕੜ ਵੀ ਤੇ ਹੈਗੀ ਆ ਉੱਥੇ। ਤੇ 30 ਏਕੜ ਹੀ ਕਿਉਂ ਛਡਾਈ, ਫਿਰ ਬਾਕੀ 70 ਕਿਉਂ ਨਹੀਂ ਛਡਾਈ? ਆਮ ਆਦਮੀ ਪਾਰਟੀ ਇਹ ਵੀ ਕਹਿ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੀ OSD ਰਹੇ ਹੋ ਤਾਂ ਉਹਨਾਂ ਨਾਲ ਵੀ ਨੇੜਤਾ ਰਹੀ ਹੈ, ਇਸ ਕਰਕੇ ਉਦੋਂ ਜ਼ਮੀਨ ਤੁਸੀਂ ਲਾਅ ਆਪਣੇ ਹੱਕ ਦੇ ਕਰਾ ਲਏ। ਗਵਰਨੈਂਸ ਦਾ ਇਹਨਾਂ ਨੂੰ ਕੋਈ ਇਲਮ ਨਹੀਂ। ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੱਲ ਲੈਂਡ ਮਾਫੀਆ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ। ਉਹਨਾਂ ਨੇ ਕਿਹਾ ਅਸੀਂ ਮੁਹਿੰਮ ਚਲਾ ਰਹੇ ਹਾਂ ਤੇ ਸ਼ੁਰੂਆਤ ਕੀਤੀ ਮੁੱਲਾਂਪੁਰ ਦੇ ਨੇੜੇ 29 ਏਕੜ ਜ਼ਮੀਨ ਤੋਂ। ਉਹ ਜ਼ਮੀਨ ਕਿਸ ਦੀ ਸੀਗੀ, ਉਹਦੇ ਦੋਸ਼ ਲੱਗਦੇ ਨੇ ਕੈਪਟਨ ਬਿਕਰਮਜੀਤ ਸਿੰਘ ਦੇ। ਸਾਡੇ ਨਾਲ ਨੇ, ਉਹਨਾਂ ਗੱਲਬਾਤ ਕਰਦੇ ਹਾਂ, ਉਹਨਾਂ ਦਾ ਪੱਖ ਜਾਣਦੇ ਹਾਂ ਕਿ ਵਾਕਈ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸੀ ਪੰਚਾਇਤੀ ਜ਼ਮੀਨ ਦੇ ਉੱਤੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋ ਪੰਜਾਬ TV ਤੇ। ਥੈਂਕ ਯੂ। ਕੱਲ ਮੰਤਰੀ ਨੇ ਰੇਡ ਕੀਤੀ ਹੈ, ਇੱਕ 29 ਏਕੜ ਥਾਂ ਕਹਿ ਰਿਹਾ ਵੀ ਕਬਜ਼ੇ ਤੋਂ ਛੁਡਾਇਆ ਗਿਆ। ਤੁਹਾਡਾ ਕੀ ਦਾਅਵਾ ਉਸ ਜ਼ਮੀਨ ਦੇ ਉੱਤੇ? ਤੁਸੀਂ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤਾਂ ਇਹ ਕਬਜ਼ੇ ਦੀ ਜ਼ਮੀਨ ਨਹੀਂ ਜੀ। ਕੱਲ ਗ੍ਰਾਮ ਪੰਚਾਇਤ ਜਾਂ ਸਰਪੰਚ ਨੇ ਵੀ ਪ੍ਰੈਸ ਨੂੰ ਦੱਸਿਆ ਵੀ ਇਹ ਜ਼ਮੀਨ ਮੇਰੀ ਖਰੀਦੀ ਹੋਈ ਜ਼ਮੀਨ ਆ। ਮੈਂ ਪਿੰਡ ਵਾਲਿਆਂ ਤੋਂ ਜ਼ਮੀਨ ਖਰੀਦੀ ਆ, ਮੈਂ ਇਹਦੇ ਪੈਸੇ ਦਿੱਤੇ ਆ ਔਰ ਇਹ ਮੈਂ ਜਿਹੜੀ ਜ਼ਮੀਨ ਹੈ 2005-6 ਦੀ ਜਮ੍ਹਾਂਬੰਦੀ ਤੋਂ ਮੈਂ ਇਹਦਾ ਕਾਸ਼ਤਕਾਰ ਹਾਂ। ਸੋ ਇਹ ਦਾਅਵਾ ਉਹਨਾਂ ਦਾ ਟੋਟਲੀ ਗਲਤ ਹੈਗਾ। ਇਹਦੇ ਇਲਾਵਾ ਜਿਹੜਾ ਇਹ ਮਾਮਲਾ ਇਹ ਸਬ ਜੁਡਿਸ ਹੈ। ਆ ਜਿਹੜਾ ਹੈਗਾ ਡਾਇਰੈਕਟਰ ਪੰਚਾਇਤ ਦੇ ਅੰਡਰ ਸੈਕਸ਼ਨ 11 ਇਹਦਾ ਟਾਈਟਲ ਦਾ ਕੇਸ ਚੱਲਦਾ। ਬੜਾ ਕਲੀਅਰ ਲਾਅ ਆ ਕਿ ਡਿਊਰਿੰਗ ਦਿਸ ਪੈਂਡੈਂਸੀ ਤੁਸੀਂ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ। ਇਹਦੇ ਇਲਾਵਾ ਇਹਨਾਂ ਮੈਨੂੰ ਕੋਈ ਨੋਟਿਸ ਨਹੀਂ ਕਹੀ ਦਿੱਤਾ। ਮੈਨੂੰ ਤੇ ਕੱਲ ਦੁਪਹਿਰੇ ਫੋਨ ਆਇਆ ਕਿਸੇ ਦਾ ਵੀ ਉੱਥੇ ਮੰਤਰੀ ਜੀ ਪਹੁੰਚ ਗਏ ਨੇ। ਬੇਸਿਕਲੀ ਇਹਨਾਂ ਦੀ ਇਹ ਇਨਐਫੀਸ਼ੀਐਂਸੀ ਆ। ਜਿਹੜਾ ਇਹ ਕਹਿੰਦੇ ਨੇ ਜੀ ਅਸੀਂ ਇੱਥੋਂ ਸ਼ੁਰੂ ਕਰਨਾ ਹੈ ਜਾਂ ਕੀਤਾ ਜੋ ਵੀ ਹੈ, ਇਹ ਜਿਸ ਤਰ੍ਹਾਂ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਹੈ ਹਮੇਸ਼ਾ ਇਹ ਬੰਗਲ ਅਪ ਕਰ ਰਹੇ ਆ। ਚਾਹੇ ਲਾਅ ਐਂਡ ਆਰਡਰ ਹੋਵੇ, ਚਾਹੇ ਆ ਕਿਸਾਨਾਂ ਦੀਆਂ ਖੁਦਕਸ਼ੀਆਂ ਹੋਣ, ਬਾਕੀ ਆ ਪਟਿਆਲੇ ਦਾ ਹਾਲ ਅੱਜ ਦੇਖ ਲਓ। ਸੋ ਇਹ ਜਿਹੜੇ ਨੇ ਪਹਿਲਾਂ ਐਕਸ਼ਨ ਲੈ ਲੈਂਦੇ ਨੇ ਤੇ ਬਾਅਦ 'ਚ ਉਹਦੇ ਬਾਅਦ ਪਛਤਾਉਂਦੇ ਨੇ। ਗਵਰਨੈਂਸ ਦਾ ਇਹਨਾਂ ਨੂੰ ਕੋਈ ਇਲਮ ਨਹੀਂ। ਇਹਨਾਂ ਨੂੰ ਇਹ ਕੇਸ ਸਟੱਡੀ ਕਰਨਾ ਚਾਹੀਦਾ ਸੀ। ਮੈਨੂੰ ਇਹ ਬਗੈਰ ਨੋਟਿਸ ਦਿੱਤੇ ਇਹਨਾਂ ਨੇ ਇਹ ਕਾਰਵਾਈ ਕੀਤੀ ਆ। ਇਹਦੇ ਇਲਾਵਾ ਮੇਰੇ ਕੋਲ ਆ ਸਿਵਲ ਕੋਰਟ ਦੀ ਸਟੇ ਆ। ਇਹ ਜਿਹੜਾ ਸਾਰਿਆਂ ਤੋਂ ਵੱਡਾ ਪੁਆਇੰਟ ਹੈ ਉਹ 28 ਮਾਰਚ ਪਿਛਲੇ ਮਹੀਨੇ ਦਾ ਤਹਿਸੀਲਦਾਰ ਦੀ ਰਿਪੋਰਟ ਹੈ। ਉਹਨੇ ਆਖਿਆ ਵੀ ਇਹ ਜੁਆਇੰਟ ਖੇਵਟ ਦੇ ਨੰਬਰ ਨੇ, ਇਹ ਤੁਸੀਂ ਸੈਗਰੀਗੇਟ ਨਹੀਂ ਕਰ ਸਕਦੇ। ਇਹ ਤੇ ਵਾਰੰਟ ਆਫ ਪੋਜੈਸ਼ਨ ਜਿਹੜਾ ਹੈ ਐਗਜ਼ੀਕਿਊਟ ਹੋ ਹੀ ਨਹੀਂ ਸਕਦਾ। ਸੋ ਇਹਨਾਂ ਨੇ ਬਿਲਕੁਲ ਨਜਾਇਜ਼ ਕੀਤਾ ਜੋ ਕੀਤਾ। ਪ੍ਰੈਸ ਵਾਸਤੇ ਇੱਕ ਖਬਰ ਬਣਾਈ ਹੈ, ਮੀਡੀਆ ਦੀ ਖਬਰ ਹੈ। ਨੋਟਿਸ ਮੈਨੂੰ ਅੱਜ ਤੱਕ ਕੋਈ ਨੋਟਿਸ ਨਹੀਂ ਇਸ਼ੂ ਹੋਇਆ ਔਰ ਇਹ ਕਹਿੰਦੇ ਨੇ ਜੀ ਅਸੀਂ ਇਹ ਕੰਮ ਨਜਾਇਜ਼ ਇੱਥੇ ਬੈਠੇ ਹਾਂ। ਮੈਂ ਤੇ ਇੱਥੇ ਫੌਜ ਛੱਡ ਕੇ 97 ਦਾ ਮੈਂ ਆਇਆ, ਠੀਕ ਆ। ਉਦੋਂ ਦੀ ਮੇਰੀ ਜ਼ਮੀਨ ਆ। ਮੈਂ ਤਾਂ ਏਰੀਏ ਨੂੰ ਡਿਵੈਲਪ ਕੀਤਾ। ਇਹ ਬੜਾ ਗਰੀਬ ਏਰੀਆ ਸੀ। ਇੰਡੋ ਗਲੋਬਲ ਕਾਲਜ ਸਥਾਪਿਤ ਕੀਤਾ, ਫਾਊਂਡਰ ਪ੍ਰਮੋਟਰ ਆ ਮੈਂ ਉੱਥੇ। ਸੋ ਇਹ ਉਹੀ ਜ਼ਮੀਨ ਹੈ। ਮੇਰੇ ਕੋਲ ਆ ਥੋੜ੍ਹੀ ਬਚੀ ਸੀ, ਬਾਕੀ ਮੈਂ ਕਾਲਜ ਨੂੰ ਦਿੱਤੀ ਹੈ, ਹੋਰ ਕੀਤਾ। ਇਹ ਬਿਲਕੁਲ ਗਲਤ ਇਹਨਾਂ ਦੀਆਂ ਬੇਬੁਨਿਆਦ ਗੱਲਾਂ ਨੇ। ਇਹ ਜ਼ਮੀਨ ਪੰਚਾਇਤ ਦੀ ਹੈ, ਸ਼ਾਮਲਾਟ ਜ਼ਮੀਨ ਹੈ। ਜਦੋਂ ਤੁਸੀਂ ਲਈ ਸੀ ਉਦੋਂ ਕਿਹੜੀ ਜ਼ਮੀਨ ਵੱਜਦੀ ਸੀ? ਇਹ ਜਿਹੜੀ ਨਹੀਂ ਜੀ, ਇਹ ਲੋਕਾਂ ਦੇ ਹਿੱਸੇ ਦੀ ਜ਼ਮੀਨ ਹੈ। ਜਦੋਂ ਕੋਈ ਵੀ ਮਰੱਬੇਬੰਦੀ ਜਾਂ ਕੰਸੋਲੀਡੇਸ਼ਨ ਹੁੰਦੀ ਹੈ, ਹਰ ਇੱਕ ਪਿੰਡ ਦੇ ਖੇਵਟਦਾਰ ਦੀ ਜ਼ਮੀਨ ਤੋਂ ਕੱਟ ਲੱਗਦਾ। ਇਹ ਕੱਟ ਲੱਗ ਕੇ ਜਿਵੇਂ ਕਿਸੇ ਦੀ ਜੇ 5 ਏਕੜ ਆ ਉਹਨੂੰ 5 ਕਨਾਲਾਂ ਕੱਟ ਲੱਗੇ। ਇਹ ਇਸ ਤਰ੍ਹਾਂ ਕੱਟ ਲੱਗ ਕੇ ਜ਼ਮੀਨ ਹੈ। ਮੈਂ ਉਹਨਾਂ ਦੇ ਹਿੱਸੇ ਖਰੀਦੇ ਨੇ ਇਹ ਜ਼ਮੀਨ ਦੇ। ਦੇਰ ਇਜ਼ ਐਬਸੋਲੂਟਲੀ ਨਥਿੰਗ ਰੋਂਗ ਇਨ ਇਟ। ਪਰ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਇਹੀ ਕਹਿੰਦੀ ਹੈ ਵੀ ਗਲਤ ਤਰੀਕੇ ਨਾਲ ਜ਼ਮੀਨਾਂ ਖਰੀਦੀਆਂ ਗਈਆਂ ਨੇ, ਹਿੱਸੇਦਾਰੀਆਂ ਪਾ ਕੇ ਵੀ ਨਹੀਂ ਲੈ ਸਕਦੇ, ਇਲੀਗਲ ਹੈ। ਸੁਣੋ, ਜਸਟਿਸ ਕੁਲਦੀਪ ਤੇ ਇਸੇ ਲਈ ਤਾਂ ਮਾਮਲਾ ਸਬ ਜੁਡਿਸ ਹੈ। ਜਦੋਂ ਆਪਾਂ ਕਹਿੰਦੇ ਆ ਵੀ ਮਾਮਲਾ ਸਬ ਜੁਡਿਸ ਹੈ, ਕੋਰਟ 'ਚ ਹੈ, ਕੀ ਸਰਕਾਰ ਆਪਣੇ ਹੱਥ 'ਚ ਲਾਅ ਐਂਡ ਆਰਡਰ ਲੈ ਸਕਦੀ ਹੈ?
ਜ਼ਬਰਦਸਤੀ ਕਰ ਸਕਦੇ ਆ? ਮਿਨਿਸਟਰ ਨੂੰ ਕੀ ਲੋੜ ਪਈ ਆ? ਕਦੀ ਆਪਾਂ ਇੰਨੇ ਚਿਰ ਤੇ ਵੇਖ ਰਹੇ ਆ ਸਰਕਾਰਾਂ ਦੇ ਕਾਰਗੁਜ਼ਾਰੀ, ਮਿਨਿਸਟਰਾਂ ਦਾ ਕੰਮ ਹੈ ਲਾਅ ਐਂਡ ਆਰਡਰ ਤੇ ਕਨਸੈਂਟਰੇਟ ਕਰਨਾ, ਜਿੱਥੇ ਪੰਗਾ ਨਾ ਪਵੇ। ਤੁਸੀਂ ਜਿਹੜੇ ਓਵਰਆਲ ਲੋਕਾਂ ਦੇ ਭਲਾਈ ਦੇ ਇਸ਼ੂ ਨੇ ਉਹਨਾਂ ਤੇ ਕਨਸੈਂਟਰੇਟ ਕਰਨਾ, ਨਾ ਕਿ ਇਹ ਪੈੜੀਆਂ ਦਵਾਉਣ ਦੇ ਚੱਕਰ 'ਚ ਜਾਣਾ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਬੇਬੁਨਿਆਦ ਗੱਲ ਹੈ। ਮਾਮਲਾ ਸਬਜੂਡਿਸ ਹੈਗਾ, ਮੰਤਰੀ ਦਾ ਕੋਈ ਇਹਨਾਂ ਦਾ ਡਿਪਾਰਟਮੈਂਟ ਦਾ ਰੋਲ ਹੀ ਨਹੀਂ ਸੀ। ਇਹਨਾਂ ਪੰਚਾਇਤ ਮੰਤਰੀ ਦਾ ਕੰਮ ਤਾਂ ਇਹ ਹੈ ਨਾ ਵੀ ਇਲੀਗਲ ਕਬਜ਼ੇ ਵੀ ਛਡਵਾਣੇ, ਜੇ ਜ਼ਮੀਨਾਂ ਦੇ ਕਬਜ਼ੇ ਹੋਏ ਆ ਉਹ ਠੀਕ ਕਰਵਾਉਣੇ। ਬਿਲਕੁਲ ਪੰਚਾਇਤ ਮੰਤਰੀ ਦਾ ਕੰਮ ਹੈ, ਪਰ ਕੰਮ ਕਾਨੂੰਨ ਦੇ ਹਿਸਾਬ ਨਾਲ ਕਰਨਾ ਹੈ ਨਾ। ਇਹ ਥੋੜੀ ਗੱਲ ਹੈ ਵੀ ਅੱਜ ਉੱਠੇ ਜੀ ਅੱਖਾਂ ਮਲ ਕੇ ਕਹਿੰਦੇ ਨਹੀਂ ਜੀ ਆ ਮੈਂ ਅੱਜ ਛਡਾਉਣੇ ਆ ਤੇ ਗੱਡੀ ਲੈ ਕੇ ਤੁਰ ਪਏ। ਇਸ ਤਰ੍ਹਾਂ ਇਹ ਛੁੱਟ ਜੂ? ਕੁਝ ਨਹੀਂ ਹੁੰਦਾ। ਲੀਗਲ ਕੇਸ ਚੱਲ ਰਿਹਾ ਮੇਰਾ, ਇਹਨਾਂ ਨੇ ਮੈਨੂੰ ਨੋਟਿਸ ਨਹੀਂ ਦਿੱਤਾ ਅੱਜ ਤੱਕ। ਠੀਕ ਹੈ, ਕੇਸ ਕਦੋਂ ਤੋਂ ਚੱਲ ਰਿਹਾ ਜੀ ਇਹ ਕੇਸ? ਮੈਨੂੰ ਤਾਂ ਖੈਰ ਨੋਟਿਸ ਨਹੀਂ ਦਿੱਤਾ। ਮੈਂ ਇਹਨਾਂ ਦਾ ਤਕਰੀਬਨ ਆ ਕੋਵਿਡ ਤੋਂ ਪਹਿਲਾਂ ਆ ਕੇਸ ਫਾਈਲ ਕੀਤੇ ਨੇ। ਆ ਜਿਹੜੀ ਸਟੇ ਆ ਮੇਰੇ ਕੋਲ 2012 ਦੀ ਸਟੇ ਆ, ਇਹ ਅੱਜ ਤੱਕ ਬਰਕਰਾਰ ਹੈ। ਇਹ ਸਟੇ ਸੈਟੀਸਫਾਈਡ ਹੀ ਨਹੀਂ ਹੋਈ, ਸਿਵਲ ਕੋਰਟ ਦੀ ਸਟੇ ਆ। ਮੈਂ ਕੰਟੈਂਪਟ ਦੀਆਂ ਵੀ ਪ੍ਰੋਸੀਡਿੰਗਸ ਇਹਨਾਂ ਅੱਗੇ ਫਾਈਲ ਕਰਾਂਗਾ। ਮੈਂ ਡਾਇਰੈਕਟਰ ਲੋਕਲ ਡਿਵੈਲਪਮੈਂਟ ਦੇ ਅੱਜ ਇਹਨਾਂ ਨੂੰ ਲੀਗਲ ਨੋਟਿਸ ਭੇਜਤਾ। ਇਹ ਬਿਲਕੁਲ ਲੀਗਲ ਨੋਟਿਸ ਦੀ ਨਹੀਂ, ਇਹ ਤੁਹਾਡੇ ਵਾਸਤੇ ਆ ਲੀਗਲ ਨੋਟਿਸ ਦੀ ਕਾਪੀ ਆ। ਮੈਂ ਇਹਦੇ ਅੰਦਰ ਦਾਅਵਾ ਕੀਤਾ, ਮੈਂ ਇਹਨਾਂ ਨੂੰ 5 ਕਰੋੜ ਰੁਪਈਆ ਮੈਂ ਆਪਣੇ ਨੋਟਿਸ 'ਚ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਇਹਨੂੰ ਨਹੀਂ ਠੀਕ ਕੀਤਾ ਮੈਂ ਡੈਫੇਮੇਸ਼ਨ ਦਾ ਕੇਸ ਪਾਵਾਂਗਾ। ਹਾਂਜੀ। ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਖਿਲਾਫ ਵੈਂਡੇਟਾ ਹੋ ਰਿਹਾ ਫਿਰ? ਬਿਲਕੁਲ ਵੈਂਡੇਟਾ ਜਾਂ ਵਿਚ ਹੰਟਿੰਗ ਆ। ਇਹ ਹਮੇਸ਼ਾ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਚੱਲਦੇ ਆ, ਹੋਰ ਔਨ ਗਰਾਊਂਡ ਇਹਨਾਂ ਦਾ ਕੁਝ ਐ ਹੁੰਦਾ ਨਹੀਂ। ਸੋਸ਼ਲ ਮੀਡੀਆ ਤੇ ਚੱਲਦੇ ਆ। ਉਹ ਇਹਨਾਂ ਨੇ ਖਬਰ ਬਣਾਉਣੀ ਸੀ, ਕੱਲ ਉਹਨੂੰ ਇਹਨਾਂ ਨੇ ਵਾਇਰਲ ਕਰਤਾ। ਤੁਸੀਂ ਹੋਈ ਕਿਉਂ ਫਿਰ? ਤੁਹਾਡੇ ਤੇ ਕਿਉਂ ਸ਼ੁਰੂਆਤ ਕੀਤੀ? ਇਹ ਇਹਨਾਂ ਨੂੰ ਪੁੱਛੋ ਜੀ। ਕੋਈ ਰੰਜਿਸ਼ ਹੁੰਦੀ ਆ ਲੋਕਲ ਮਿਨਿਸਟਰ ਜਿਹੜਾ ਸਾਡੇ ਏਰੀਏ ਦਾ, ਕੋਈ ਕੱਢਣੀ ਹੁੰਦੀ ਆ ਰੰਜਿਸ਼। ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਜਿਹੜੀ ਚੀਜ਼ ਬਾਰੇ ਆ। ਤੁਹਾਨੂੰ ਲੱਗਦਾ ਵੀ ਉਹ ਰੰਜਿਸ਼ ਕੱਢ ਰਿਹਾ ਕੁਲਦੀਪ ਸਿੰਘ ਢਾਲੀਵਾਲ ਤੁਹਾਡੇ ਖਿਲਾਫ? ਬਿਲਕੁਲ ਬਿਲਕੁਲ ਕੱਢ ਰਿਹਾ ਜੀ। ਕਿਉਂ, ਕੀ ਕਾਰਨ ਲੱਗਦਾ? ਮੈਂ ਕਹਿ ਨਹੀਂ ਸਕਦਾ, ਅਦਰਵਾਈਜ਼ ਤਾਂ ਕੋਈ ਤੁੱਕ ਨਹੀਂ ਨਾ ਬਣਦੀ। ਇਹ 100 ਏਕੜ ਜ਼ਮੀਨ ਹੈ। ਕੈਪਟਨ ਬਿਕਰਮਜੀਤ ਕੋਲ ਤੇ 30 ਏਕੜ ਹੀ ਹੈ ਨਾ, ਬਾਕੀ 70 ਏਕੜ ਵੀ ਤਾਂ ਹੈਗੀ ਆ ਉੱਥੇ। ਉਸ 'ਚ ਵੀ ਲੋਕ ਬੈਠੇ ਨੇ, ਮਾਲਕਾਂ ਦੀ ਜ਼ਮੀਨ ਹੈ ਨਾ। ਤੇ 30 ਏਕੜ ਹੀ ਕਿਉਂ ਛਡਾਈ ਫਿਰ, ਬਾਕੀ 70 ਕਿਉਂ ਨਹੀਂ ਛਡਾਈ? ਸੋ ਇਸ ਕਰਕੇ ਇਹ ਜਿਹੜੀ ਗੱਲ ਹੈ ਇਹ ਤਾਂ ਵੈਸੇ ਹੀ ਇੱਕ ਫੋਟੋ ਆਪ ਹੈ। ਇਟ ਇਜ਼ ਜਸਟ ਅ ਫੋਟੋ ਓਪਰਚੁਨਿਟੀ। ਜਿਹੜੇ 70 ਕਿੱਲੇ ਤੁਸੀਂ ਕਹਿ ਰਹੇ ਹੋ ਉਹਨਾਂ ਤੇ ਕਿਹਦਾ ਦਾਵਾ ਹੈਗਾ? ਨਹੀਂ, ਦਾਵਾ ਕਿਸੇ ਦਾ ਨਹੀਂ, ਉਹ ਪਿੰਡ ਵਾਲਿਆਂ ਦੀ ਜ਼ਮੀਨ ਹੈ ਜੀ। ਜਿਹੜੇ ਮੈਂ ਹੁਣ ਸਾਰੀ ਨਹੀਂ ਖਰੀਦੀ, ਜਿਨ੍ਹਾਂ ਦੇ ਹਿੱਸੇਦਾਰ ਬਾਕੀ ਨੇ ਪਿੰਡ ਵਾਲੇ, ਉਹ ਲੋਕਲ ਨੇ, ਉਹਨਾਂ ਦੀਆਂ ਹੈਗੀਆਂ ਜ਼ਮੀਨਾਂ। ਉਹ ਸੋਸ਼ਲ ਮੀਡੀਆ 'ਤੇ ਜਦੋਂ ਦੀ ਇਹ ਗੱਲ ਆਈ ਹੈ ਤੁਹਾਡਾ ਨਾਮ ਆਇਆ। ਅਕਾਲੀ ਦਲ ਕਹਿ ਰਿਹਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ, ਆਮ ਆਦਮੀ ਪਾਰਟੀ ਕਹਿ ਰਹੇ ਨੇ ਅਕਾਲੀ ਦਲ ਬਾਅਦ ਜੁਆਇਨ ਕਰ ਲਈ ਸੀ ਉਹਨਾਂ ਦੇ ਬੰਦੇ ਨੇ, ਤਾਂ ਇਹ ਲੈਂਡ ਮਾਫੀਆ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਇਹਦੇ ਬਾਰੇ ਮੈਂ ਸਿਰਫ ਇਹ ਕਹਿਣਾ ਚਾਹੂੰਗਾ, ਤੁਸੀਂ ਇਰਰਿਸਪੈਕਟਿਵ ਆਫ ਪੋਲਿਟਿਕਸ ਤੁਸੀਂ ਤੱਥਾਂ ਦੇ ਆਧਾਰ ਤੇ ਚੱਲੋ, ਲਾਅ ਦੇ ਆਧਾਰ ਤੇ ਚੱਲੋ। ਇਹ ਇੱਕ ਅਨਲੌਫੁਲ ਕੰਮ ਹੋਇਆ। ਆਪਾਂ ਇਹਨੂੰ ਹਰ ਇੱਕ ਚੀਜ਼ ਨੂੰ ਆਪਾਂ ਪੋਲਿਟਿਸਾਈਜ਼ ਕਿਉਂ ਕਰਦੇ ਹਾਂ? ਵੀ ਡੋਨਟ ਨੀਡ ਟੂ ਪੋਲਿਟਿਸਾਈਜ਼। ਪਰ ਮੇਰਾ ਮਤਲਬ ਕਹਿਣ ਦਾ ਹੈ ਕਿ ਇਹ ਤੱਥਾਂ ਦੇ ਆਧਾਰ ਤੇ ਹੋਣਾ ਚਾਹੀਦਾ। ਸੋ ਲਾਅ ਜਿਹੜੀ ਮੇਰੀ ਲੀਗਲ ਪੋਜੀਸ਼ਨ ਹੈ ਮੇਰੀ ਠੀਕ ਹੈ, ਮੈਂ ਇਸ ਲਈ ਕੀਤਾ ਹੈ। ਆਮ ਆਦਮੀ ਪਾਰਟੀ ਇਹ ਵੀ ਕਹਿ ਰਹੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਵੀ OSD ਰਹੇ ਹੋ, ਤਾਂ ਉਹਨਾਂ ਨਾਲ ਵੀ ਨੇੜਤਾ ਰਹੀ ਹੈ, ਇਸ ਕਰਕੇ ਉਦੋਂ ਜ਼ਮੀਨ ਤੁਸੀਂ ਲਾਅ ਆਪਣੇ ਹੱਕ ਦੇ ਕਰਾ ਲਏ। ਇਹ ਜ਼ਮੀਨ ਮੇਰੀ 97 ਦੀ ਹੈ ਜੀ, ਉਦੋਂ ਦੀ ਥੋੜੀ ਹੈਗੀ ਆ। ਇਹ ਤਾਂ ਕੈਪਟਨ ਅਮਰਿੰਦਰ ਦੀ ਸਰਕਾਰ ਬਣੀ ਆ 2002 'ਚ, ਮੈਂ ਤਾਂ 1997 ਦਾ ਜ਼ਮੀਨ ਲਈ ਹੋਈ ਆ ਨਾ। ਸੋ ਇਸ ਕਰਕੇ ਇਹ ਤਾਂ ਐਵੇਂ ਗਲਤ ਗੱਲਾਂ ਨੇ ਇਹਨਾਂ ਨੂੰ। ਇਹ ਡੰਗਿਆਈ 'ਚ ਜਾਂਦੇ ਹੀ ਨਹੀਂ, ਇਹਨਾਂ ਨੂੰ ਗਹਿਰਾਈ 'ਚ ਪਤਾ ਹੀ ਨਹੀਂ। ਜਿਹੜੀਆਂ ਚੀਜ਼ਾਂ ਤੇ ਕਨਸੈਂਟਰੇਟ ਕਰਨਾ ਚਾਹੀਦਾ ਗਵਰਨਮੈਂਟਸ ਕਰਦੀਆਂ ਨਹੀਂ। ਆਹ ਮਾਈਨਰ ਇਸ਼ੂ ਨੇ, ਇਹਦੇ ਨਾਲੋਂ ਤਾਂ ਵੈਸੇ ਹੀ ਇਹ ਜੇ ਇਹਨਾਂ ਨੇ ਇਹ ਕੰਮ ਹੀ ਕਰਨਾ ਸੀ ਤੇ ਇਹ ਜਿੰਨੇ ਹੀ ਐਡਵਰਸ ਪੋਜੀਸ਼ਨ 'ਚ ਬੈਠੇ ਨੇ ਸਾਰੇ ਪੰਜਾਬ 'ਚ 50,000 ਏਕੜ ਦਾ ਦਾਅਵਾ ਕਰਦੇ ਆ। ਉੱਥੇ 7% ਸਟੈਂਪ ਡਿਊਟੀ ਦਾ ਲੈ ਕੇ ਪੈਸੇ ਇਕੱਠੇ ਕਰ ਰਹੇ ਨੇ, ਇਹਨਾਂ ਨੂੰ ਤਾਂ 50,000 ਕਰੋੜ ਵੈਸੇ ਇਕੱਠਾ ਹੋ ਜੇ। ਇਹਨਾਂ ਨੂੰ ਇਹ ਐਡਮਿਨਿਸਟ੍ਰੇਟਿਵ ਚੀਜ਼ਾਂ ਨੇ ਜਿਹੜਾ ਜਿੱਤੋਂ ਇਹ ਬਹੁਤ ਲਾਂਭੇ ਨੇ। ਇਹ ਤਰੀਕਾ ਹੁੰਦਾ, ਇਹ ਕਰਦੇ ਆ ਵਿਕਟਮਾਈਜੇਸ਼ਨ, ਔਰ ਇਹ ਟ੍ਰੈਂਡ ਚੱਲਿਆ ਪਿਆ। ਸੋ ਉਹ ਹੋਇਆ। ਪਰ ਕੱਲ ਨੂੰ ਸਰਕਾਰ ਪ੍ਰੂਫ ਲਿਆ ਕੇ ਖੜਾ ਕਰ ਦਿੰਦੀ ਹੈ ਵੀ ਤੁਹਾਡੀ ਜ਼ਮੀਨ ਇਲੀਗਲ ਹੈ ਜਾਂ ਤੁਸੀਂ ਕਬਜ਼ਾ ਕੀਤਾ ਹੋਇਆ, ਫਿਰ ਸਰਕਾਰ ਕਰ ਹੀ ਨਹੀਂ ਸਕਦੀ ਜਦੋਂ ਮਾਮਲਾ ਸਬਜੂਡਿਸ ਹੈ। ਮਾਮਲਾ ਕੋਰਟ 'ਚ ਹੈ, ਸਰਕਾਰ ਦੇ ਹੱਥ 'ਚ ਕੁਝ ਨਹੀਂ ਹੈਗਾ। ਇਹ ਕੋਰਟ 'ਚ ਜੇ ਪੇਸ਼ ਕਰ ਦਿੰਦੀ ਹੈ, ਤੱਥ ਪੇਸ਼ ਕਰ ਦਿੰਦੀ। ਹਾਂਜੀ, ਕੋਰਟ 'ਚ ਜਦੋਂ ਹੁਣੇ ਨਹੀਂ ਤੱਥ ਪੇਸ਼ ਹੈ ਹੀ ਨਹੀਂ ਇਲੀਗਲ। ਮੈਂ ਕੋਰਟ 'ਚ ਮੇਰੇ ਕੋਲ ਵੀ ਤਾਂ ਪੇਪਰ ਪਏ ਨੇ ਨਾ। ਸਰਕਾਰ ਮੈਂ ਬੈਠਾ ਇੰਨੇ ਸਾਲਾਂ ਦਾ, ਜਮਾਬੰਦੀ ਮੇਰੀ ਹੈ, ਕਾਸ਼ਤਕਾਰੀ ਮੇਰੀ ਹੈ, ਸਾਰਾ ਕੁਝ ਮੇਰਾ। ਲੋਕਾਂ ਸਰਪੰਚ ਜਿਹੜਾ ਉਹਨਾਂ ਕੱਲ ਬਿਆਨ ਦਿੱਤੇ ਆ ਪ੍ਰੈਸ ਨੂੰ ਵੀ ਕੈਪਟਨ ਸਾਹਿਬ ਨੇ ਜ਼ਮੀਨ ਇਹ ਖਰੀਦੀ ਆ। ਤੁਸੀਂ ਸਰਪੰਚ ਨੂੰ ਫੋਨ ਕਰਕੇ ਪੁੱਛ ਲਓ। ਸੋ ਇਸ ਕਰਕੇ ਜ਼ਮੀਨ ਜਿਹੜੀ ਹੈਗੀ ਆ ਇਹ ਹੈ ਹੀ ਮੇਰੀ ਹੈ। ਪਰ ਜੀ ਸਰਕਾਰ ਨੂੰ ਵੀ ਮਿਲੋਗੇ, ਸਰਕਾਰ ਦੇ CM ਨਾਲ ਗੱਲ ਕਰੋਗੇ ਇਸ ਮੁੱਦੇ ਉੱਤੇ ਵੀ ਮੇਰੇ ਨਾਲ ਧੱਕਾ ਹੋ ਰਿਹਾ, ਵੀ ਤੁਹਾਡਾ ਮੰਤਰੀ ਮੇਰੇ ਨਾਲ ਵਿਛੰਡ ਕਰ ਰਿਹਾ ਜਾਂ ਕੋਈ ਨਿੱਜੀ ਰੰਜਿਸ਼ ਕੱਢ ਰਿਹਾ? ਮੈਂ CM ਨੂੰ ਮਿਲ ਕੇ ਇਸ 'ਚ ਕੀ ਲੈਣਾ? CM ਖਬਰਾਂ ਨਹੀਂ ਪੜ੍ਹਦਾ, ਉਹਨੂੰ ਨਹੀਂ ਪਤਾ ਕਿ ਮੇਰਾ ਮਿਨਿਸਟਰ ਕੀ ਕਰ ਰਿਹਾ। ਸੋ ਇਹਨਾਂ ਨੇ ਜਿਹੜੀ ਆਪਣੀ ਕਾਰਵਾਈ ਆ ਉਹ ਕਰਤੀ ਆ, ਜੋ ਮੇਰੀ ਆ ਉਹ ਮੈਂ ਕਰੂੰਗਾ। ਡੈਫੇਮੇਸ਼ਨ ਤੋਂ ਇਲਾਵਾ ਕੇਸ ਲੜੋਗੇ? ਹਾਂਜੀ, ਮੈਨੂੰ ਚਾਹੇ ਸੁਪਰੀਮ ਕੋਰਟ ਤੱਕ ਜਾਣਾ ਪਵੇ ਮੈਂ ਜਾਵਾਂਗਾ। ਹਾਂਜੀ।
ਜਾਊਂਗਾ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀ ਕੈਪਟਨ ਬਿਕਰਮਜੀਤ ਸਿੰਘ, ਜਿਨ੍ਹਾਂ ਨੇ ਕਿਹਾ ਵੀ ਮੇਰੇ ਖਿਲਾਫ ਨਿੱਜੀ ਰੰਜਿਸ਼ ਕਰਕੇ, ਕਿਉਂਕਿ ਮੰਤਰੀ ਮੇਰੇ ਹਲਕੇ ਦਾ, ਇਲਾਕੇ ਦਾ ਹੈ, ਉਹ ਰੰਜਿਸ਼ ਕੱਢੀ ਜਾ ਰਹੀ ਹੈ, ਪਰ ਮੇਰੇ ਕੋਲੇ ਸਾਰੇ ਸਬੂਤ ਨੇ, ਤੱਥ ਨੇ, ਮੈਂ ਪੇਸ਼ ਕਰੂੰਗਾ ਕੋਰਟ ਦੇ ਅੰਦਰ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਡੈਫੇਮੇਸ਼ਨ ਠੋਕ ਦਿੱਤੀ ਹੈ, ਨੋਟਿਸ ਭੇਜ ਦਿੱਤਾ, ਲੀਗਲ ਨੋਟਿਸ ਆਲਰੇਡੀ ਭੇਜ ਚੁੱਕਿਆ ਹੈ ਪੰਚਾਇਤ ਡਿਪਾਰਟਮੈਂਟ ਨੂੰ। ਹੁਣ ਦੇਖਣਾ ਹੋਵੇਗਾ ਅਗਲਾ ਸਟੈਪ ਸਰਕਾਰ ਕੀ ਲੈਂਦੀ ਹੈ, ਕਿ ਸਰਕਾਰ ਇਸ ਦਾ ਵਿਰੋਧ ਕਰਦੀ ਹੈ ਜਾਂ ਅਗਲੀ ਕਾਰਵਾਈ ਸਰਕਾਰ ਵੱਲੋਂ ਜਾਂ ਮੰਤਰੀ ਵੱਲੋਂ ਕੀ ਹੁੰਦੀ ਹੈ। ਕੈਮਰਾਮੈਨ ਸ਼ਮਸ਼ੇਰ ਸਿੰਘ ਸ਼ਹਿਜ਼ਾਦ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।